ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਅੱਜ ਕਰਾਂਗੇ। ਪਾਤਸ਼ਾਹ ਕਹਿੰਦੇ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾ। ਪਰ ਇਸ ਤੋਂ ਉਲਟ ਕੋਈ ਕਿਸੇ ਤਰੀਕੇ ਲਫ਼ਜ਼ਾਂ ਦਾ ਹੇਰ ਫੇਰ ਕਰਕੇ ਕੁਝ ਆਖਦਾ ਹੈ। ਤੇਰੇ ਭਗਤਾਂ ਦੀ ਕਹੀ ਹੋਈ ਗੱਲ ਦਾ ਜੇ ਕੋਈ ਵਿਰੋਧ ਕਰਦਾ, ਗੁਰਬਾਣੀ ਉਸ ਨੂੰ ਮੂਰਖਾਂ ਸਿਰ ਮੂਰਖ ਮੰਨਦੀ ਹੈ, ਗਵਾਰਾਂ ਸਿਰ ਗਵਾਰ ਹੈ, ਹੋਰ ਕੁਝ ਨਹੀਂ। ਜੇਕਰ ਕੋਈ ਗੱਲ ਗਲਤੀ ਨਾਲ ਕਹੀ ਜਾਵੇ ਤੇ ਅਹਿਸਾਸ ਹੋ ਜਾਵੇ ਤੇ ਖੁਦ ਮਾਫੀ ਮੰਗ ਲਵੇ, ਫਿਰ ਤਾਂ ਹੈ ਠੀਕ। ਪਰ ਜੇ ਕੋਈ ਜਾਣ ਬੁੱਝ ਕੇ ਕਹੇ, ਜਾਣ ਬੁੱਝ ਕੇ ਗਲਤੀ ਕਰੇ, ਫਿਰ ਉਸ ਨੂੰ ਗੁਰਬਾਣੀ ਘੋਰ ਅੰਧਕਾਰ ਕਹਿੰਦੀ ਹੈ। ਜੇ ਕੋ ਆਖੈ ਬੋਲ ਵਿਗਾੜ, ਬੋਲ ਵਿਗਾੜ ਉਹ ਹੁੰਦਾ ਹੈ ਜੋ ਕਹੀ ਹੋਈ ਸਹੀ ਗੱਲ ਦਾ ਅਰਥ ਬਦਲ ਦੇਵੇ, ਉਹਦੀ ਸ਼ੁੱਧ ਭਾਵਨਾ ਦੇ ਵਿੱਚ ਮਲੀਨ ਭਾਵਨਾ ਰਲਾ ਦੇਵੇ, ਉਸ ਤੱਤ ਨੂੰ ਵਿਗਾੜ ਦੇਵੇ, ਉਸ ਨੂੰ ਬੋਲ ਵਿਗਾੜ ਕਹਿੰਦੇ। ਅੱਜ ਗੁਰਬਾਣੀ ਦੇ ਵੀ ਕਾਫੀ ਅਰਥ ਬਦਲ ਦਿੱਤੇ, ਜਿਨ੍ਹਾਂ ਨੇ ਵੀ ਗੁਰਬਾਣੀ ਦੇ ਅਰਥ ਆਪਣੀ ਮੱਤ ਨਾਲ ਕੀਤੇ, ਜਿਨ੍ਹਾਂ ਨੇ ਤਾਂ ਅਰਥ ਕੀਤੇ ਗੁਰਬਾਣੀ ਦੇ ਗੁਰਮਤ ਦੁਆਰਾ, ਉਹਨਾਂ ਨੇ ਸਹੀ ਕੀਤੇ। ਜਿਨ੍ਹਾਂ ਨੇ ਵਰਤੀ ਆਪਣੀ ਮੱਤ, ਉਹਨਾਂ ਨੇ ਅਰਥ ਗੁਰਬਾਣੀ ਦੇ ਗਲਤ ਕੀਤੇ। ਸੋ ਅੱਜ ਗੁਰਬਾਣੀ ਦੇ ਕਾਫੀ ਅਰਥ ਬਦਲੇ ਗਏ, ਤੇ ਜੇ ਕੋਈ ਇਹ ਗੱਲ ਆਖੇ ਵੀ ਗੁਰਬਾਣੀ ਦੇ ਅਰਥ ਬਦਲ ਕੇ ਪ੍ਰਚਾਰ ਹੋਇਆ, ਸ੍ਰੇਸ਼ਟ ਅਰਥ ਨਹੀਂ ਕੀਤੇ ਗਏ, ਤਾਂ ਫਿਰ ਉਸ ਨੂੰ ਜਿਹੜੇ ਗਲਤ ਅਰਥ ਕਰਨ ਵਾਲੇ ਹੈ, ਜਾਂ ਉਹਨਾਂ ਦੇ ਜਿਹੜੀ ਸੰਗਤ ਕਰਨ ਵਾਲੇ ਹੈ, ਫਿਰ ਉਹ ਆਖ ਦਿੰਦੇ ਹੈ ਵੀ ਇਹ ਤਾਂ ਨਿੰਦਕ ਹੈ, ਕਿ ਤੂੰ ਹੀ ਬਹੁਤ ਸਿਆਣਾ ਜੰਮ ਪਿਆ, ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਹੀ ਅਰਥ ਕੀ ਹੁੰਦੇ। ਇੰਨੇ ਮਹਾਂਪੁਰਖ ਹੋ ਗਏ ਸੰਸਾਰ 'ਚ ਕਰਨੀ ਵਾਲੇ, ਉਹਨਾਂ ਨੂੰ ਕੁਝ ਵੀ ਨਾ ਪਤਾ ਲੱਗਿਆ, ਬਸ ਤੈਨੂੰ 4 ਅੱਖਰ ਪੜ੍ਹ ਕੇ ਹੀ ਪਤਾ ਲੱਗ ਗਿਆ। ਸੋ ਤੇਰੇ ਵਰਗੇ ਬਥੇਰੇ ਆਏ, ਬਥੇਰੇ ਗਏ। ਸੋ ਫਿਰ ਉਹ ਆਪਣੀ ਸੰਗਤ ਨੂੰ ਆਖਦੇ ਹਨ ਵੀ ਬਚ ਕੇ ਰਹੋ, ਇਹਨਾਂ ਦੀ ਸੰਗਤ ਨਾ ਕਰੋ, ਇਹਨਾਂ ਨਿੰਦਕਾਂ ਤੋਂ ਦੂਰ ਰਹੋ। ਇਹ ਤਾਂ ਜੀ ਹੁਣ ਗੁਰਬਾਣੀ 'ਤੇ ਵੀ ਤਰਕ ਕਰਦੇ ਆ। ਸੋ ਸੰਸਾਰੀ ਧਾਰਮਿਕ ਲੋਕ ਇੰਨਾ ਉੱਚੀ ਉੱਚੀ ਰੌਲਾ ਪਾਉਂਦੇ ਹਨ ਕਿ ਸੱਚ ਨੂੰ ਸਾਬਤ ਹੋਣ ਹੀ ਨਹੀਂ ਦਿੰਦੇ। ਸੋ ਜੇ ਉਹਨਾਂ ਨੂੰ ਕੋਈ ਗੁਰਬਾਣੀ ਬਾਰੇ ਪੁੱਛੇ, ਤਾਂ ਫਿਰ ਉਹ ਅੱਗੋਂ ਕਹਿੰਦੇ ਵੀ ਤੂੰ ਕੌਣ ਹੁੰਦਾ ਸਾਨੂੰ ਪੁੱਛਣ ਵਾਲਾ। ਉਹ ਹਰ ਇੱਕ ਕਿਸਮ ਦਾ ਭਰਮ ਭੈ ਪਾ ਕੇ ਰੱਖਦੇ ਆ ਕਿ ਜੀ ਸਾਡੀ ਤਾਂ ਸ਼ਰਧਾ ਹੈ, ਤੇ ਉਹ ਸੰਗਤ ਦੇ ਵਿੱਚ ਵੀ ਇਸੇ ਗੱਲ ਦਾ ਪ੍ਰਚਾਰ ਕਰਦੇ ਆ ਵੀ ਜੀ ਸ਼ਰਧਾ ਰੱਖੋ, ਇਹਨਾਂ ਨਿੰਦਕਾਂ ਤੋਂ ਬਚੋ। ਦੇਖੋ ਗੁਰਬਾਣੀ ਕੀ ਕਹਿੰਦੀ ਹੈ, ਉਹ ਕਰਦੇ ਕੀ ਹੈ। ਇਹ ਬੋਲ ਵਿਗਾੜ ਹੈ। ਜੇ ਕੋ ਆਖੈ ਬੋਲ ਵਿਗਾੜ, ਉਹ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਸੁਣਾ ਦਿੰਦੇ, ਦੇਖੋ ਜੀ ਗੁਰਬਾਣੀ 'ਚ ਲਿਖਿਆ ਹੋਇਆ ਸੰਤਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਹ ਗੱਲ ਬਿਲਕੁਲ ਸਹੀ, ਸੰਤ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਪਰ ਇਹ ਤਾਂ ਦੱਸੋ ਵੀ ਸੰਤ ਹੈ ਕਿ ਕੌਣ? ਇਹ ਗੱਲ ਸਹੀ ਹੈ ਕਿ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਬੜੀ ਵੱਡੀ ਸਜ਼ਾ ਮਿਲਦੀ ਹੈ। ਗੁਰਬਾਣੀ 'ਚ ਪ੍ਰਮਾਣ ਹੈ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ टिकन न पाई।
ਸੱਚ ਬਚਨ ਨੇ ਫਰਮਾਨ ਕੀਤਾ, ਪਰਮੇਸ਼ਰ ਵੱਲੋਂ ਆਰਡਰ ਆਇਆ ਹੋਇਆ। ਪਰ ਸੰਤ ਕੌਣ ਹੈ? ਸਵਾਲ ਹੁਣ ਇਹ ਪੈਂਦਾ। ਇਹ ਵੀ ਬਚਨ ਗੁਰਬਾਣੀ 'ਚ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠਾਠ। ਹੁਣ ਕੋਈ ਆਪਣੇ ਆਪ ਨੂੰ ਜਿਹੜੇ ਸੰਤ ਨੇ ਇਹਨਾਂ 'ਚੋਂ ਹਰ ਕਾ ਸੰਤ ਸਾਬਤ ਕਰੇ। ਕਿਵੇਂ ਹਰ ਕਾ ਸੰਤ? ਹਰ ਕੇ ਸੰਤ ਨੂੰ ਦਰਗਾਹ ਦੇ ਅੰਦਰ ਐਂਟਰੀ ਹੈ। ਜਿਹੜਾ ਕੱਲਾ ਸੰਤ ਹੈ ਉਹਨੂੰ ਦਰਗਾਹ ਦੇ ਵਿੱਚ ਦੋਸ਼ੀ ਮੰਨਿਆ ਜਾਂਦਾ ਹੈ। ਹੁਣ ਹਰ ਕਾ ਸੰਤ ਤਾਂ ਕੋਈ ਵੀ ਨਹੀਂ ਕਹਾਉਂਦਾ, ਤੇ ਹਰ ਕਾ ਸੰਤ ਗੁਰਬਾਣੀ ਮੰਨਦੀ ਹੈ। ਸਿੱਧਾ ਬਚਨ ਲਿਖਿਆ ਓਏ ਹਰ ਕੇ ਸੰਤ ਨਾ ਆਖੀਏ। ਇਹ ਹਰ ਕੇ ਸੰਤ ਨਹੀਂ, ਬਾਨਾਰਸ ਕੇ ਠੱਗ। ਹੁਣ ਪਾਤਸ਼ਾਹ ਨੇ ਤਾਂ ਠੱਗ ਲਿਖਿਆ, ਬਸ ਸੱਚਖੰਡ 'ਚੋਂ ਫਰਮਾਨ ਹੈ। ਗੁਰਬਾਣੀ ਸੱਚ ਫਰਮਾਨ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਦੁਆਰਾ ਦੁਆਰਾ ਸਰੀਰਾਂ ਨੂੰ ਧਾਰਨਾ ਪੈਂਦਾ, ਪਰ ਪ੍ਰੂਫ ਇਹ ਕਰਨ ਵੀ ਸੰਤ ਕੀ ਹੁੰਦਾ। ਜਦ ਕਿ ਗੁਰਬਾਣੀ 'ਚ ਸੰਤ ਦੀ ਪਰਿਭਾਸ਼ਾ ਹੈ ਕਿ ਸੰਤ ਕਿਹਨੂੰ ਕਹਿੰਦੇ। ਔਰ ਗੁਰਬਾਣੀ ਦੇ ਵਿੱਚ ਇਹ ਬਚਨ ਵੀ ਆਉਂਦਾ ਕਿ ਨਿੰਦੋ ਨਿੰਦੋ ਲੋਗ ਮੋਹ ਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਉਹ ਤਾਂ ਕਹਿੰਦਾ ਮੇਰੀ ਨਿੰਦਿਆ ਕਰੋ। ਹੁਣ ਇਹ ਕਹਿੰਦੇ ਆ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਗੁਰਬਾਣੀ 'ਚ ਬਚਨ ਆਉਂਦਾ ਵੀ ਨਿੰਦਿਆ ਕਰੋ। ਹੁਣ ਦੋਨਾਂ ਬਚਨਾਂ ਨੂੰ ਵਿਚਾਰਨਾ ਪਊਗਾ ਵੀ ਨਿੰਦਿਆ ਕਿਹਦੀ ਹੁੰਦੀ ਹੈ, ਕਿਹਦੀ ਨਹੀਂ ਕਰਨੀ। ਜਿੰਨਾ ਚਿਰ ਇਸ ਗੱਲ ਦੀ ਭੇਦ ਨਹੀਂ ਖੁੱਲਦਾ ਉਨਾ ਚਿਰ ਸੱਚਾਈ ਸਾਹਮਣੇ ਨਹੀਂ ਆਉਂਦੀ। ਪਾਤਸ਼ਾਹ ਕਹਿੰਦੇ ਹਿਰਦੇ ਸ਼ੁੱਧ ਜੇ ਨਿੰਦਾ ਹੋਏ। ਜਿਹੜਾ ਹਿਰਦਾ ਸ਼ੁੱਧ ਹੈ, ਜਿਹਦਾ ਹਿਰਦਾ ਸ਼ੁੱਧ ਹੈ, ਫਿਰ ਕੋਈ ਉਹਦੀ ਨਿੰਦਿਆ ਕਰੇ ਉਹ ਗੁਨਾਹਗਾਰ ਹੈ। ਜਿਹੜਾ ਹਿਰਦੇ ਦੇ ਵਿੱਚ ਬੈਠਾ ਉਹ ਹੈ ਸੰਤ। ਉਸ ਸੰਤ ਦੀ ਕੋਈ ਨਿੰਦਿਆ ਕਰੇ। ਸੰਤ ਹੈ ਸਾਡਾ ਆਪਣਾ ਮੂਲ, ਨਿੰਦਿਆ ਕਰਦਾ ਸਾਡਾ ਆਪਣਾ ਮਨ। ਜਦੋਂ ਆਪਣੇ ਮੂਲ ਦੀ ਗੱਲ ਨਹੀਂ ਮੰਨਦਾ ਉਹ ਉਹਦੀ ਨਿੰਦਿਆ ਹੋ ਗਈ। ਕਬੀਰ ਸਾਹਿਬ ਜੀ ਨੇ ਇਹ ਗੱਲ ਆਖੀ ਸੀ, ਨਿੰਦੋ ਨਿੰਦੋ ਲੋਗ ਮੋਹ ਕੋ ਨਿੰਦੋ। ਕਹਿੰਦੇ ਮੇਰੇ ਤੇ ਸਵਾਲ ਖੜਾ ਕਰੋ। ਮੇਰਾ ਜਿਹੜਾ ਸੰਤ ਆ ਉਹ ਹਰ ਕਾ ਸੰਤ ਹੈ। ਮੇਰਾ ਜਿਹੜਾ ਮੂਲ ਹਰ ਨਾਲ ਜੁੜਿਆ ਹੋਇਆ, ਸ਼ਬਦ ਗੁਰੂ ਨਾਲ ਜੁੜਿਆ ਹੋਇਆ। ਤੁਸੀਂ ਮੇਰੀ ਨਿੰਦਿਆ ਕਰੋ, ਮੈਂ ਜਵਾਬ ਦਊਂਗਾ। ਤੁਸੀਂ ਮੇਰੇ ਤੇ ਸਵਾਲ ਕਰੋ, ਮੇਰੇ ਤੇ ਤਰਕ ਕਰੋ, ਮੇਰੇ ਤੇ ਸ਼ੰਕਾ ਕਰੋ, ਮੈਂ ਉਹਦੀ ਨਿਵਰਤੀ ਕਰੂੰਗਾ। ਮੇਰਾ ਫਰਜ਼ ਹੈ। ਤੇ ਅੱਜ ਤਾਂ ਕਹਿੰਦੇ ਵੀ ਸਾਡੇ ਤੇ ਸਵਾਲ ਨਹੀਂ ਕਰਨਾ ਚਾਹੀਦਾ। ਗੁਰਬਾਣੀ ਤਾਂ ਕਹਿੰਦੀ ਹੈ ਸਵਾਲ ਕਰੋ। ਗੁਰਬਾਣੀ ਤਾਂ ਕਹਿੰਦੀ ਹੈ ਰੋਸ ਨਾ ਕੀਜੈ ਉੱਤਰ ਦੀਜੈ। ਕਹਿੰਦੇ ਰੋਸ ਕਾਹਦੇ ਕਰਦਾ? ਉੱਤਰ ਦੇ, ਤੇਰਾ ਫਰਜ਼ ਹੈ, ਤੂੰ ਧਾਰਮਿਕ ਪੁਰਸ਼ ਕਹਾਉਣਾ। ਜੇ ਕੋਈ ਤੈਨੂੰ ਧਰਮ ਬਾਰੇ ਗੱਲ ਪੁੱਛਦਾ ਉਹਦਾ ਜਵਾਬ ਦੇ। ਨਿੰਦਾ ਜਨ ਕੋ ਖਰੀ ਪਿਆਰੀ। ਕਹਿੰਦਾ ਮੈਨੂੰ ਤਾਂ ਬੜੀ ਚੰਗੀ ਲੱਗਦੀ ਹੈ, ਕੋਈ ਮੇਰੇ 'ਚ ਕਮੀ ਦੱਸੇ। ਮੈਂ ਆਪਣੇ ਬੋਲਾਂ ਨੂੰ ਵਿਚਾਰੂੰਗਾ। ਪਾਤਸ਼ਾਹ ਕਹਿੰਦੇ ਕਿ ਮੇਰੇ ਬੋਲਾਂ ਦੇ ਵਿੱਚ ਕੋਈ ਕਮੀ ਤਾਂ ਨਹੀਂ, ਕਿਤੇ ਮਾਇਆ ਤਾਂ ਨਹੀਂ ਰਲੀ ਹੋਈ। ਕੀ ਮੈਂ ਮਾਇਆ ਦਾ ਇਹਦਾ ਨਹੀਂ ਪ੍ਰਚਾਰ ਕਰੀ ਜਾ ਰਿਹਾ? ਖਰੀ ਲੱਗਦੀ ਹੈ, ਚੰਗੀ ਲੱਗਦੀ ਹੈ ਗੱਲ ਉਹਨੂੰ ਕਿ ਮੈਨੂੰ ਤਾਂ ਸ੍ਰੇਸ਼ਟ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ, ਕਿਉਂਕਿ ਆਹੀ ਸਮਾਂ ਆ ਮਨੁੱਖਾ ਤਨ ਦੇ ਅੰਦਰ ਕਿਤੇ ਮੈਂ ਗਲਤੀ ਤਾਂ ਨਹੀਂ ਮੰਨੀ ਜਾ ਰਿਹਾ ਕੁਛ। ਜਿਵੇਂ ਪਾਤਸ਼ਾਹ ਕਹਿੰਦੇ ਸਭ ਕਹਿੰਦੇ ਹੈ ਪਾਇਆ ਘਾਟ ਨਾ ਕਿ ਨਹੀਂ ਕਹਾਇਆ। ਇੱਥੇ ਤਾਂ ਕੋਈ ਵੀ ਘੱਟ ਨਹੀਂ ਕਹਾਉਂਦਾ, ਕਿਤੇ ਮੇਰੇ ਤੇ ਵੀ ਨਾ ਗੱਲ ਆ ਜਾਵੇ। ਸੋ ਗੁਰਮੁਖ ਹਰ ਇੱਕ ਚੀਜ਼ ਨੂੰ ਆਪਣੇ ਆਪ ਨੂੰ ਬਹੁਤ ਵਿਚਾਰਦਾ। ਤੋ ਸਾਡੇ ਪ੍ਰਚਾਰ ਹੁੰਦਾ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਇਹ ਸੰਤਾਂ ਦੀ ਨਿੰਦਕ ਨੇ। ਸੁਖਨੀ ਦੇ ਵਿੱਚ ਲਿਖਿਆ ਹੋਇਆ। ਸੋ ਇਹ ਨਿੰਦਕਾਂ ਬਾਰੇ ਜਾ ਕੇ ਪੜ੍ਹ ਲਓ। ਇਸੇ ਕਰਕੇ ਜ਼ਿਆਦਾ ਪਾਠ ਇਹ ਸੁਖਨੀ ਦਾ ਕਰਵਾਉਂਦੇ। ਆਸਾ ਦੀ ਵਾਰ ਦਾ ਪਾਠ ਜਦੋਂ ਕਰਵਾਉਂਦੇ ਬੜੀ ਤੇਜ਼ੀ ਨਾਲ ਕਰਵਾਉਂਦੇ, ਜਦ ਕਿ ਆਸਾ ਦੀ ਵਾਰ ਵਿੱਚ ਸਾਰਾ ਕੁਝ ਖੋਲ ਕੇ ਲਿਖਿਆ ਸੁਖਨੀ ਦੇ ਵਿੱਚ ਵੀ ਸਾਰਾ ਕੁਝ ਖੋਲ ਕੇ ਹੋਇਆ ਵੀ ਕਿਹੜਾ ਸੰਤ ਹੈ, ਕਿਹੜਾ ਬ੍ਰਹਮ ਗਿਆਨੀ ਹੈ। ਕੁਝ ਲੱਛਣ ਲਿਖਿਆ ਪਾਤਸ਼ਾਹ ਨੇ ਕਿ ਇਦੋਂ ਥੱਲੇ ਬ੍ਰਹਮ ਗਿਆਨੀ ਨਹੀਂ ਹੋ ਸਕਦਾ, ਇਦੋਂ ਥੱਲੇ ਸੰਤ ਨਹੀਂ ਹੋ ਸਕਦਾ। ਪਰ ਅਸੀਂ ਉਹ ਸੰਤ ਦੀ ਜਿਹੜੀ ਡੈਫੀਨੇਸ਼ਨ ਸੀ, ਵਿਆਖਿਆ ਸੀ, ਉਹ ਤਾਂ ਕਿਸੇ ਨੂੰ ਦੱਸੀ ਹੋਈ ਨਹੀਂ।
ਅਸੀਂ ਬਾਹਰੀ ਤੌਰ ਤੇ ਸੰਤ ਬਣ ਗਏ, ਬਾਹਰੀ ਤੌਰ ਤੇ ਆਪਣੀ ਸੰਗਤ ਬਣਾ ਲਈ, ਜਦ ਕਿ ਸੰਗਤ ਤਾਂ ਗੁਰੂ ਦੀ ਹੁੰਦੀ ਹੈ, ਕਿਸੇ ਵਿਅਕਤੀ ਦੀ ਥੋੜ੍ਹੋ ਸੰਗਤ ਹੈ। ਸਾਡਾ ਮਨ ਹੈ ਜਿਹੜਾ, ਇਹ ਸੰਗੀ ਹੈ ਆਪਣੇ ਮੂਲ ਦਾ, ਇਹਨੇ ਸੰਗਤ ਕਰਨੀ ਹੈ। ਸਤ ਸੰਗਤ, ਸਤ ਸਾਡਾ ਮੂਲ ਹੈ, ਸੰਗਤ ਕਰਨੀ ਹੈ ਮਨ ਬੁੱਧੀ ਨੇ। ਹੁਣ ਮਨ ਬੁੱਧੀ ਦਾ ਸੰਗਤ ਕਰਦੀ ਹੀ ਨਹੀਂ। ਮਨ ਬੁੱਧੀ ਦੇ ਕੋਲ ਕੀ ਹੈ? ਬੋਲ ਵਿਗਾੜ, ਗੁਰਬਾਣੀ ਦੇ ਗਲਤ ਅਰਥ ਕਰਨੇ, ਗੁਰਬਾਣੀ ਦੀ ਗਲਤ ਵਿਆਖਿਆ ਕਰਨੀ, ਗੁਰਬਾਣੀ ਦੇ ਸ਼ਬਦਾਂ ਨੂੰ ਮਾਇਆ ਨਾਲ ਜੋੜੀ ਜਾਣਾ, ਸੰਸਾਰ 'ਚ ਹੀ ਜੋੜੀ ਜਾਣਾ। ਦੇਖੋ ਜੀ ਗੁਰਬਾਣੀ 'ਚ ਐਂ ਲਿਖਿਆ, ਲਿਖਿਆ ਕਿਹਦੇ ਬਾਰੇ ਹੋਇਆ ਇਹ ਤਾਂ ਦੱਸੋ ਨਾ। ਸੋ ਚਲੋ ਖੈਰ ਠੀਕ ਹੈ, ਜੋ ਕੁਝ ਹੋ ਰਿਹਾ ਹੈ ਜਿਵੇਂ ਰੱਬ ਦੀ ਰਜ਼ਾ ਹੈ। ਗੁਰਬਾਣੀ ਦਾ ਅਰਥ ਤਾਂ ਚਲੋ ਆਪੋ ਆਪਣੀ ਮਰਜ਼ੀ ਨਾਲ ਵੀ ਕਰੀ ਜਾਓ, ਕੋਈ ਗੱਲ ਨਹੀਂ, ਪਰ ਉਹਨਾਂ ਸ਼ਬਦਾਂ ਨੂੰ ਗੁਰੂ ਸਾਹਿਬ ਦੇ ਆਖ ਕੇ ਨਾ ਵਰਤੋ ਕਿ ਜੋ ਗੁਰਬਾਣੀ ਦੇ ਹੈ ਹੀ ਨਹੀਂ। ਫਿਰ ਇਹ ਕੀ ਕਰਦੇ ਹਨ? ਉਸਤਤ ਕਿ ਜਾਣਦੇ ਆ, ਜਿਹੜੇ ਸ਼ਬਦ ਗੁਰਬਾਣੀ ਦੇ ਹੈ ਹੀ ਨਹੀਂ ਉਹਨਾਂ ਸ਼ਬਦਾਂ ਦਾ ਹੀ ਪ੍ਰਚਾਰ ਕਰੀ ਜਾਣਾ। ਜਦ ਕਿ ਗੁਰਬਾਣੀ 'ਚ ਬਚਨ ਹੈ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ। ਕਿ ਇਹ ਗੱਲ ਵੀ ਪਛਾਣ ਲਿਓ। ਪਾਤਸ਼ਾਹ ਨੇ ਲਿਖਿਆ ਗੱਗਾ ਗੁਰ ਕੇ ਬਚਨ ਪਛਾਨਾ, ਇਹ ਗੱਲ ਦੀ ਸੋਝੀ ਰੱਖਿਓ ਕਿ ਵਾਕਾ ਹੀ ਗੁਰਮਤ ਹੈ, ਕਿ ਇਹ ਗੁਰਮਤ ਦੇ ਬੋਲ ਹੈਗੇ, ਕਿਤੇ ਬੋਲ ਵਿਗਾੜ ਹੀ ਨਾ ਹੋ ਜਾਵੇ, ਕਿਤੇ ਆਪਣੇ ਕੋਲੋਂ ਹੀ ਬਣਾ ਕੇ ਸ਼ਬਦ ਨਾ ਅਸੀਂ ਵਰਤ ਲਈਏ ਪਰਮਾਰਥ 'ਚ। ਸੁਆਰਥ 'ਚ ਜਿਹੜਾ ਮਰਜ਼ੀ ਵਰਤੀ ਚੱਲੋ। ਜਿਵੇਂ ਅੱਜ ਆਪਾਂ ਵਰਤ ਲੈਂਦੇ ਸ਼ਬਦ ਵੀ ਪ੍ਰੋਬਲਮ, ਪਰ ਹੁਣ ਪ੍ਰੋਬਲਮ ਦਾ ਅਰਥ ਹੈ ਮੁਸ਼ਕਲ। ਮੁਸ਼ਕਲ ਸ਼ਬਦ ਗੁਰਬਾਣੀ 'ਚ ਆਉਂਦਾ। ਇਹ ਗੱਲ ਠੀਕ ਹੈ, ਪਰ ਜਿਹੜਾ ਸ਼ਬਦ ਗੁਰਮਤ ਦਾ ਹੀ ਨਹੀਂ, ਜਿਵੇਂ ਪਰਮਾਤਮਾ ਸ਼ਬਦ ਗੁਰਮਤ ਦਾ ਨਹੀਂ ਵਰਤਿਆ ਜਾਂਦਾ, ਮਹਾਰਾਜ ਸ਼ਬਦ ਗੁਰਬਾਣੀ 'ਚ ਨਹੀਂ ਆਉਂਦਾ ਵਰਤਿਆ ਜਾਂਦਾ, ਸੱਚਖੰਡ ਵਾਸੀ ਸ਼ਬਦ ਗੁਰਬਾਣੀ 'ਚ ਨਹੀਂ ਆਉਂਦਾ ਵਰਤਿਆ ਜਾਂਦਾ, ਚਰਨ ਪਹੁਲ ਸ਼ਬਦ ਗੁਰਬਾਣੀ 'ਚ ਨਹੀਂ ਆਉਂਦਾ ਵਰਤਿਆ ਜਾਂਦਾ, ਦਸਵੰਧ ਸ਼ਬਦ ਗੁਰਬਾਣੀ 'ਚ ਨਹੀਂ ਆਉਂਦਾ ਵਰਤਿਆ ਜਾ ਰਿਹਾ। ਕੀ ਕਰੂਗਾ? ਬੇਅੰਤ ਸ਼ਬਦ ਨੇ ਜਿਹੜੇ ਗੁਰਬਾਣੀ 'ਚ ਨਹੀਂ ਆਏ ਪਰ ਸਾਡੀ ਬੋਲੀ 'ਚ ਨੇ, ਇਹਨਾਂ ਨੂੰ ਬੋਲ ਵਿਗਾੜ ਆਖਿਆ, ਕਿਉਂਕਿ ਇਹਦੇ ਨਾਲ ਗੁਰਮਤ ਚੇਂਜ ਹੋ ਜਾਂਦੀ ਹੈ। ਫਿਰ ਗੱਗਾ ਗੁਰ ਕੇ ਬਚਨ ਪਛਾਣਨ ਵਾਲੀ ਗੱਲ ਨਹੀਂ ਰਹਿ ਜਾਂਦੀ। ਜਿਹੜਾ ਗੁਰਮੁਖ ਹੈ ਉਹ ਪਹਿਲਾਂ ਬਚਨਾਂ ਨੂੰ ਪਛਾਣ, ਗੁਰਮੁਖ ਖੋਟੇ ਖਰੇ ਪਛਾਣ, ਪਹਿਲਾਂ ਉਹ ਖੋਟ ਦੇਦਾ ਵੀ ਖੋਟ ਕੀ ਹੈ, ਮੇਰੇ 'ਚ ਕਮੀ ਕੀ ਹੈ ਕਿ ਮੈਨੂੰ ਬ੍ਰਹਮ ਦਾ ਵਿਕਾਸ ਨਹੀਂ ਹੋ ਰਿਹਾ, ਮੇਰਾ ਜੀਵਨ ਕਿਉਂ ਨਹੀਂ ਬਦਲ ਰਿਹਾ, ਮੈਂ ਇੰਨਾ ਚਿਰ ਦਾ ਇਸ ਤਰ੍ਹਾਂ ਦਾ ਗੁਰਬਾਣੀ ਪੜ੍ਹਦਾ ਸੁਣਦਾ ਆ ਰਿਹਾ, ਕਿਤੇ ਮੈਂ ਕੋਈ ਗਲਤ ਚੀਜ਼ ਤਾਂ ਨਹੀਂ ਵਿੱਚ ਰਲਾ ਲਿਆ। ਉਹ ਫਿਰ ਜੇ ਗਲਤ ਚੀਜ਼ ਜਿਹੜੀ ਰਲੀ ਹੁੰਦੀ ਹੈ ਉਹਨੂੰ ਗੁਰਮੁਖ ਬਾਹਰ ਕੱਢ ਦਿੰਦਾ। ਉਹਦੇ ਕੋਲ ਟਾਈਮ ਹੈ, ਸਰੀਰ ਦੇ ਅੰਦਰ ਰਹਿੰਦਿਆਂ ਸ਼ੁੱਧ ਚੀਜ਼ ਉਹਦੇ ਕੋਲ ਵਸਤੂ ਰਹਿ ਜਾਂਦੀ ਹੈ ਤੇ ਜੀਵਨ ਸਫਲ ਕਰ ਜਾਂਦਾ ਹੈ। ਦੂਜੀ ਬਾਤ ਨਾ ਧਰਹੀ ਕਾਨਾ, ਪਾਤਸ਼ਾਹ ਕਹਿੰਦੇ ਗੁਰਮੁਖ ਨੂੰ ਆਰਡਰ ਹੈ ਕਿ ਦੂਜੀ ਬਾਤ, ਦੂਜੀ ਕੀ ਹੈ? ਮਾਇਆ। ਉਹ ਮਾਇਆ ਦੀ ਕੋਈ ਵੀ ਗੱਲ ਆਪਣੇ ਕੰਨ ਦੇ ਵਿੱਚ ਨਹੀਂ ਧਰਦਾ, ਭਾਵ ਹਿਰਦੇ 'ਚ ਨਹੀਂ ਲਿਜਾਂਦਾ। ਮਾਇਆ 'ਚ ਰਹਿੰਦਾ ਜ਼ਰੂਰ ਹੈ ਪਰ ਬਾਹਰ ਹੀ ਰੱਖਦਾ। ਜਿਵੇਂ ਅਸੀਂ ਗੁਰਬਾਣੀ ਦੀ ਗੱਲ ਇੱਧਰਲੇ ਕੰਨ ਦੀ ਪਾਉਂਦੇ, ਇੱਧਰਲੇ ਕੰਨ 'ਚ ਹੀ ਕੱਢ ਦਿੰਦੇ ਹਾਂ, ਇਸੇ ਤਰ੍ਹਾਂ ਗੁਰਮੁਖ ਹੈ ਮਾਇਆ ਦੀ ਗੱਲ ਇਸ ਕੰਨ 'ਚ ਪਾਉਂਦਾ, ਦੂਜੇ ਕੰਨ 'ਚ ਹੀ ਕੱਢ ਦਿੰਦਾ, ਅੰਦਰ ਹਿਰਦੇ 'ਚ ਸੱਚ ਲੈ ਕੇ ਜਾਂਦਾ। ਜਿਵੇਂ ਅਸੀਂ ਆਪਣੇ ਹਿਰਦੇ 'ਚ ਝੂਠ ਲੈ ਕੇ ਜਾਂਦੇ ਹਾਂ, ਸੱਚੀ ਗੱਲ ਕੰਨ 'ਚੋਂ ਪਾਈ ਤੇ ਦੂਜੇ ਕੰਨ 'ਚ ਕੱਢਦੇ। ਪਰ ਅਫਸੋਸ ਹੈ, ਚੱਲਦਾ ਸਾਡੇ ਤਾਂ ਸਾਰਾ ਕੁਛ, ਸਾਡੇ ਤਾਂ ਇੱਥੋਂ ਤੱਕ ਵੀ ਸ਼ਬਦ ਬਣਾਤੇ ਜੀ ਗੁਰਬਾਣੀ ਦਾ ਵੀ ਦਸਵੰਧ ਕੱਢੋ, ਗੁਰਬਾਣੀ ਦਾ ਵੀ 10ਵਾਂ ਹਿੱਸਾ। ਗੁਰਬਾਣੀ ਤਾਂ ਕਹਿੰਦੀ ਹੈ ਸਾਥ ਸਾਥ ਸਿਮਰੋ ਗੋਬਿੰਦ, ਤੁਸੀਂ ਕਹਿੰਦੇ ਹੋ ਗੁਰਬਾਣੀ ਦਾ ਦਸਵੰਧ ਕੱਢੋ, ਫਿਰ ਕਹਿੰਦੇ ਜੀ ਸਵਾਸਾਂ ਦਾ ਦਸਵੰਧ ਕੱਢੋ। ਦੱਸੋ ਸਵਾਸਾਂ ਦਾ ਦਸਵੰਧ ਕਿਵੇਂ ਕੱਢੋਗੇ? ਕਿਹੜੇ ਤਰੀਕੇ ਨਾਲ ਕੱਢੋਗੇ? ਫਿਰ ਇੱਕ ਇਹੋ ਜਿਹੀ ਗੱਲ ਬਣਾਈ ਜੀ, ਸੁਖਮਨੀ ਸਾਹਿਬ ਦੇ ਵਿੱਚ 24,000 ਸ਼ਬਦ ਹੈ, ਬੰਦਾ 24,000 ਸਵਾਸ ਲੈਂਦਾ, ਜਦ ਕਿ ਗੁਰਬਾਣੀ ਸੁਖਮਨੀ ਦੇ ਅੰਦਰ 24,000 ਸ਼ਬਦ ਹੈ ਨਹੀਂ, ਉਹਨਾਂ ਦੀ ਗਿਣਤੀ 24,000 ਤੋਂ ਕਿਤੇ ਜ਼ਿਆਦਾ। ਉਹ ਵੀ ਮੈਂ ਸਾਰੀ ਡਿਟੇਲ ਕੱਢ ਕੇ ਰੱਖੀ ਹੋਈ ਹੈ, ਜੇ ਕਿਸੇ ਨੂੰ ਇੱਛਾ ਹੋਵੇ ਤਾਂ ਮੈਂ ਕੱਲੀ ਗੱਲ ਉਹਨੂੰ ਦੱਸ ਵੀ ਸਕਦਾ।
ਫਿਰ ਜੀ ਚਲੋ ਮੰਨ ਵੀ ਲਵੋ ਵੀ 24,000 ਸਵਾਸ ਬੰਦਾ ਲੈਂਦਾ ਹੈ। ਫਿਰ ਜਿਹੜੇ ਛੋਟੇ ਬੱਚੇ ਹੈ ਸੁਖਮਨੀ ਸਾਹਿਬ ਦਾ ਪਾਠ ਨਹੀਂ ਜਾਣਦੇ, ਫਿਰ ਉਹਨਾਂ ਦਾ ਕੀ ਬਣੂ? ਜਾਂ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਪੜ੍ਹਨ ਜਾਂਦੇ, ਅਨਪੜ੍ਹ ਨੇ, ਫਿਰ ਉਹ ਕੀ ਕਰਨਗੇ? ਉਹਨਾਂ ਦੇ ਸਵਾਸਾਂ ਨੂੰ ਕਿਵੇਂ ਗਿਣਤੀ 'ਚ ਲੈ ਕੇ ਆਉਣ? ਇਹ ਸਾਰਾ ਕੁਛ ਸਨਾਤਨ ਮਤ ਦਾ ਹੈ, ਗੁਰਮਤ ਦਾ ਨਹੀਂ ਹੈ। ਗੁਰਮਤ ਤਾਂ ਕਹਿੰਦਾ ਹੈ ਕਿ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਇਹ ਹੈ ਪੂਰਨ ਸਾਸ ਗਿਰਾਸ। ਜਿੰਨਾ ਚਿਰ ਸਵਾਸ ਚੱਲਦਾ ਹੈ ਉਨਾ ਚਿਰ ਗਿਰਾਸ, ਕਿ ਨਾਮ ਧਨ ਨਾਲ ਜੁੜਿਆ ਰਹੇ, ਹੁਕਮ ਨਾਲ ਜੁੜਿਆ ਰਹੇ, ਗਿਆਨ ਕਾ ਬੱਧਾ ਮਨ ਜੁੜਿਆ ਰਹੇ। ਗਿਆਨ ਰਾਸ, ਗਿਰਾਸ, ਰਾਸ ਹੁੰਦਾ ਧਨ ਰਾਸ਼ੀ, ਗਿਆਨ ਦੀ ਰਾਸ਼ੀ ਨਾਲ ਜੁੜਿਆ ਰਹੇ। ਗਿਆਨ ਕੀ ਹੈ? ਗਿਆਨੀਆਂ ਕਾ ਧਨ ਨਾਮ ਹੈ। ਜਿਹੜਾ ਨਾਮ ਨਾਲ ਜੁੜਿਆ ਰਹਿੰਦਾ, ਉਹਦੀ ਰਜ਼ਾ ਵਿੱਚ ਰਹਿੰਦਾ, ਉਹਦੇ ਭਾਣੇ ਵਿੱਚ ਚੱਲੀ ਜਾ ਰਿਹਾ, ਇੱਕ ਵੀ ਗੱਲ ਮਾਇਆ ਦੀ ਨਹੀਂ ਕਰਦਾ। ਸੋਝੀ ਜ਼ਰੂਰ ਰੱਖਦਾ ਮਾਇਆ, ਜੁੜਦਾ ਨਹੀਂ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਉਹਦੀ ਗੱਲ ਗੁਰਬਾਣੀ ਆਖਦੀ, ਉਹ ਹੈ ਪੂਰਨ ਸੋਈ ਸੰਤ। ਉਸ ਨੂੰ ਪੂਰਨ ਮੰਨਣਾ ਚਾਹੀਦਾ। ਉਹ ਸੰਤ ਪੂਰਾ ਹੈ, ਭਾਵ ਕਿ ਉਹ ਬ੍ਰਹਮ ਪੂਰਾ ਹੈ, ਉਹ ਬ੍ਰਹਮ ਗਿਆਨੀ ਹੈ, ਇਦੋਂ ਘੱਟ ਨਹੀਂ ਹੈ। ਫਿਰ ਸਾਡੇ ਪ੍ਰਚਲਿਤ ਹੋ ਗਿਆ ਜੀ, 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਨਹੀਂ ਛਕਾਇਆ। 10ਵੇਂ ਪਾਤਸ਼ਾਹ ਨੇ ਅੰਮ੍ਰਿਤ ਨਹੀਂ ਛਕਾਇਆ, 10ਵੇਂ ਪਾਤਸ਼ਾਹ ਨੇ ਪਹੁਲ ਦਿੱਤੀ ਹੈ। ਅੰਮ੍ਰਿਤ ਖੁਦ ਜੀਵ ਨੂੰ ਆਪ ਛਕਣਾ ਪੈਂਦਾ, ਕੋਈ ਦੂਜਾ ਨਹੀਂ ਛਕਾ ਸਕਦਾ ਅੰਮ੍ਰਿਤ। ਗੁਰਬਾਣੀ ਦੇ ਅੰਦਰ ਦਰਜ ਹੈ ਵਚਨ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਇੱਕ ਹੋਣਾ ਹੀ ਅੰਮ੍ਰਿਤ ਹੈ। ਅੰਮ੍ਰਿਤ ਹੁੰਦਾ ਮ੍ਰਿਤਿੂ ਤੋਂ ਰਹਿਤ ਹੋ ਜਾਣਾ। ਜਿੰਨਾ ਚਿਰ ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀਆਂ, ਉਨਾ ਚਿਰ ਇਹ ਮ੍ਰਿਤਿੂ ਤੋਂ ਰਹਿਤ ਨਹੀਂ ਹੋ ਸਕਦਾ। ਇਹਨੂੰ ਆ ਸਰੀਰ ਮਿਲੂਗਾ, ਸਰੀਰ ਨਾਲ ਜੁੜੂਗਾ, ਸਰੀਰ ਦੇ ਮਰਨੇ ਨੂੰ ਮਰਨਾ ਮੰਨਦਾ ਰਹੂਗਾ, ਜਦ ਕਿ ਆਤਮਾ ਨਹੀਂ ਮੰਨਦੀ। ਨਾ ਮਨ ਮਰੈ ਨਾ ਮਰਨੈ ਜੋਗ। ਜਿੰਨਾ ਚਿਰ ਇਸ ਗੱਲ ਦੀ ਪੜ੍ਹਾਈ ਨਹੀਂ ਪੜ੍ਹਦਾ, ਇਹਨੂੰ ਸੋਝੀ ਨਹੀਂ ਆਊਗੀ। ਹਿੰਦੂ ਧਰਮ ਹੈ, ਸਿੱਖ ਧਰਮ ਹੈ, ਇਸਲਾਮ ਧਰਮ ਹੈ, ਈਸਾਈ ਧਰਮ ਹੈ, ਜਦ ਕਿ ਗੁਰਬਾਣੀ 'ਚ ਕਿਤੇ ਨਹੀਂ ਆਉਂਦਾ। ਗੁਰਬਾਣੀ 'ਚ ਆਉਂਦਾ ਬੋਲੀ ਹੈ ਸੱਚ ਧਰਮ। ਗੁਰਬਾਣੀ ਸੱਚ ਨੂੰ ਧਰਮ ਮੰਨਦੀ ਹੈ, ਅਸੀਂ ਫਿਰਕੇ ਪ੍ਰਸਤੀ ਨੂੰ ਧਰਮ ਮੰਨਿਆ ਹੋਇਆ। ਗੁਰਬਾਣੀ 'ਚ ਆਉਂਦਾ ਸਿੱਖ ਮੱਤ, ਸਿੱਖ ਧਰਮ ਨਹੀਂ ਹੈ, ਸਿੱਖ ਮੱਤ ਹੈ। ਧਰਮ ਸੱਚ ਹੈ, ਸੱਚ ਤੋਂ ਸਿੱਖਿਆ ਮਿਲਦੀ ਹੈ। ਸਾਨੂੰ ਸਾਰਾ ਕੁਝ ਗੁਰਬਾਣੀ 'ਚ ਭਗਤ ਸਾਹਿਬਾਨਾਂ ਨੇ, ਗੁਰ ਸਾਹਿਬਾਨਾਂ ਨੇ ਦੱਸਿਆ। ਸਿੱਧਾ ਬਚਨ ਗੁਰਬਾਣੀ 'ਚ ਇਹ ਵੀ ਲਿਖਿਆ, ਸਤਿਗੁਰ ਬਿਨ ਹੋਰ ਕੱਚੀ ਹੈ ਬਾਣੀ। ਹੁਣ ਸਤਿਗੁਰ ਬਿਨ ਹੋਰ ਕੱਚੀ ਹੈ ਬਾਣੀ, ਕਿ ਸੱਚ ਦੇ ਗਿਆਨ ਤੋਂ ਬਿਨਾਂ ਜੋ ਗੱਲ ਵੀ ਤੁਸੀਂ ਸੁਣੋਗੇ ਉਹਦੇ ਵਿੱਚ ਕੱਚ ਹੋਊਗੀ ਹੋਊਗੀ। ਉਸ ਬਾਣੀ ਬਾ ਬੋਲੀ ਦੇ ਅੰਦਰ ਕੱਚ ਹੋਊਗਾ ਹੀ ਹੋਊਗਾ। ਤੁਸੀਂ ਕੁਛ ਵੀ ਸੁਣ ਲਓ ਸੱਚ ਤੋਂ ਬਿਨਾਂ। ਸੱਚ ਕੌਣ ਹੈ? ਤੁਹਾਡਾ ਆਪਣਾ ਮੂਲ ਸੱਤ ਸਰੂਪ ਹੈ। ਗੁਰ ਕੀ ਹੈ? ਉਹਦਾ ਗਿਆਨ, ਉਹਦੀ ਸੋਝੀ, ਆਪਣੇ ਹੀ ਸਰੂਪ ਦੀ ਜਾਣਕਾਰੀ ਆਪ ਲੈਣੀ। ਆਪੇ ਜਪੋ ਆਪਣਾ ਜਾਪ। ਕਿਤੇ ਨਹੀਂ ਗੁਰਬਾਣੀ 'ਚ ਲਿਖਿਆ ਕਿਸੇ ਦਾ ਜਾਪ ਕਰਨਾ। ਆਪੇ ਜਪੋ, ਦੇਖੋ ਸਿੱਧਾ ਲਿਖਿਆ ਪਾਤਸ਼ਾਹ ਨੇ, ਆਪੇ ਜਪੋ ਆਪਣਾ ਜਾਪ। ਜਪ ਨਹੀਂ ਜਾਪ। ਪਹਿਲਾਂ ਜਪ ਹੋਊਗਾ ਜਦੋਂ ਤੁਸੀਂ ਆਪਣੇ ਆਪ ਨੂੰ ਜਪੋਗੇ। ਆਪੇ ਜਪੋ, ਆਪਣਾ ਆਪ ਜਾਪ ਕਰੋ, ਆਪਣੇ ਆਪ ਨੂੰ ਸਮਝੋ, ਆਪਣੇ ਆਪ ਨੂੰ ਜਾਣੋ, ਆਪਣੇ ਆਪ ਨੂੰ ਸਵਾਰੋ। ਜਦੋਂ ਤੁਸੀਂ ਆਪਣੇ ਆਪ ਨੂੰ ਸਵਾਰ ਲਿਆ, ਫੇਰ ਜਾਪ ਹੁੰਦਾ। ਜਾਪ ਹੁੰਦਾ ਸਮਝਾਉਣਾ। ਆਪ ਜਪੈ ਅਵਰਾ ਨਾਮ ਜਪਾਵੈ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਬਹੁਤ ਕੁਛ ਹੈ ਮੇਰੇ ਮਨਾ, ਸਾਰਾ ਗੁਰਬਾਣੀ ਨੇ ਤੈਨੂੰ ਸਮਝਾਇਆ ਕਿ ਜਪ ਦਾ ਅਰਥ ਹੁੰਦਾ ਸਮਝਣਾ, ਜਾਪ ਦਾ ਅਰਥ ਹੁੰਦਾ ਸਮਝਾਉਣਾ। ਇਸੇ ਤਰ੍ਹਾਂ ਆਦਿ ਗੁਰਬਾਣੀ ਦੇ ਅੰਦਰ ਸ਼ੁਰੂ ਜਪ ਤੋਂ ਹੁੰਦੀ ਹੈ, ਦਸਮ ਦੀ ਗੁਰਬਾਣੀ ਸ਼ੁਰੂ ਹੁੰਦੀ ਹੈ ਜਾਪ ਤੋਂ।
ਇਹ ਵੀ ਬਹੁਤ ਵੱਡਾ ਭੇਦ ਹੈ ਕਿ ਜਿੰਨਿਆਂ ਨੇ ਵੀ ਜਪ ਕੀਤਾ ਹੈ, ਉਹਨਾਂ ਨੇ ਜਾਪ ਵੀ ਨਾਲ ਕੀਤਾ ਹੈ। ਕੱਲਾ ਜਪ ਨਹੀਂ ਕੀਤਾ, ਨਾਲ ਜਾਪ ਵੀ ਕੀਤਾ ਹੈ, ਸਮਝ ਕੇ ਸਮਝਾਇਆ ਵੀ ਹੈ। ਸਤਿਗੁਰ ਬਿਨ ਹੋਰ ਕੱਚੀ ਹੈ ਬਾਣੀ। ਤੇ ਹੁਣ ਅਸੀਂ ਕੀ ਕਹਿੰਦੇ ਆ ਵੀ ਜਿਹੜੀਆਂ ਆਪਾਂ ਸੰਸਾਰੀ ਗੱਲਾਂ ਬਾਤਾਂ ਕਰਦੇ ਆ ਕੱਚੀ ਬਾਣੀ, ਇਹ ਕੱਚੀ ਬਾਣੀ ਨਹੀਂ ਹੈ। ਇਹਦਾ ਸਾਡਾ ਮਾਇਆ ਵਿੱਚ ਸਰੀਰ ਹੈ, ਸੰਸਾਰੀ ਸਰੀਰ ਹੈ, ਇਹਦੇ ਵਾਸਤੇ ਤਾਂ ਸਾਨੂੰ ਨਿਰਵਾਹ ਕਰਨਾ ਹੀ ਪਊਗਾ। ਇਹਦੇ ਵਾਸਤੇ ਸਾਨੂੰ ਬੋਲੀ ਬੋਲਣੀਓ ਪੈਣੀ ਹੈ। ਇਸ ਦੇ ਪ੍ਰਤੀ ਸਾਡੇ ਕੋਲ ਵਚਨ ਹੈ ਗੁਰਬਾਣੀ ਦੇ ਅੰਦਰ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਕਿਉਂਕਿ ਇਹ ਵੀ ਭਾਣਾ ਹੀ ਹੈ। ਅਸੀਂ ਸਰੀਰ ਨਹੀਂ ਚਲਾਉਣਾ ਬਾਹਰਲਾ। ਕੱਚੀ ਬਾਣੀ ਉਹ ਹੈ ਕਿ ਜਿਹੜੀ ਅਸੀਂ ਸੱਚ ਜਾਣਦੇ ਹੋਏ ਵੀ ਸੱਚ ਦੇ ਪੈਰਾ ਨਹੀਂ ਦਿੰਦੇ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਜਿਹੜਾ ਔਗਣ ਕਰਨਾ ਇਹ ਹੈ ਕੱਚੀ ਬਾਣੀ। ਫਿਰ ਕਾਹੇ ਕੀ ਕੁਸਲਾਤ, ਫਿਰ ਕਹਿੰਦੇ ਸੱਚੀ ਕਿਵੇਂ ਰਹੇਗੀ। ਹਾਥ ਦੀਪ, ਹੱਥ ਵਿੱਚ ਦੀਪ, ਦੀਪ ਕੀ ਹੈ? ਸੱਚੀ ਬਾਣੀ, ਚਾਨਣ ਰੌਸ਼ਨੀ। ਕੂਏ ਪਰ ਹੈ, ਡਿੱਗਦਾ ਕਿਹਦੇ ਵਿੱਚ? ਖੂਚ। ਖੂਹ ਕੀ ਹੈ? ਝੂਠੀ ਬਾਣੀ, ਕੱਚੀ ਬਾਣੀ। ਪਤਾ ਸਭ ਨੂੰ ਹੈ, ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ। ਬਾਹਰਲੇ ਸਰੀਰ ਕਰਕੇ ਕੁਝ ਵੀ ਬੋਲਣਾ ਜਾਂ ਸਮੇਂ ਦੇ ਹਿਸਾਬ ਨਾਲ ਕੋਈ ਕਿਹੜੀ ਬੋਲੀ ਬੋਲਦਾ। ਕਿਸੇ ਵੇਲੇ ਸੰਸਕ੍ਰਿਤ ਜ਼ਿਆਦਾ ਪ੍ਰਚਲਿਤ ਸੀ, ਕਿਸੇ ਵੇਲੇ ਪਾਲੀ ਭਾਸ਼ਾ ਪ੍ਰਚਲਿਤ ਸੀ, ਕਿਸੇ ਵੇਲੇ ਬ੍ਰਿਜ ਭਾਸ਼ਾ ਸੀ, ਕਿਸੇ ਵੇਲੇ ਕੋਈ, ਕਿਸੇ ਵੇਲੇ ਕੋਈ। ਸਮੇਂ ਕਰਕੇ ਤਾਂ ਬੋਲੀ ਬਦਲਦੀ ਰਹਿੰਦੀ। ਹੁਣ ਵੀ ਅਸੀਂ ਕੁਝ ਹੋਰ ਕਹਿੰਦੇ ਹਾਂ ਪੰਜਾਬੀ 'ਚ, ਇੱਧਰ ਰਾਜਪੁਰੇ ਵੱਲ ਪਟਿਆਲੇ ਵੱਲ ਕੁਝ ਹੋਰ ਕਹਿੰਦੇ। ਪਰ ਗੁਰਬਾਣੀ ਹੈ ਜਿਹੜੀ, ਇਹ ਬੋਲੀ ਹੈ ਆਤਮਕ, ਪਰਮਾਰਥੀ, ਸਵਾਰਥੀ ਨਹੀਂ ਹੈ। ਪਰਮਾਰਥ ਤੇ ਸਵਾਰਥ ਦਾ ਬਹੁਤ ਡਿਫਰੈਂਟ ਹੈ। ਸੋ ਕਿਉਂਕਿ ਭਾਣਾ ਹੈ, ਭਾਣੇ ਅਨੁਸਾਰ ਹੀ ਚੱਲਣਾ ਪੈਣਾ। ਗੱਲ ਪਾਤਸ਼ਾਹ ਜੀ ਨੇ ਸੱਚੀ ਬਾਣੀ ਦੀ ਕੀਤੀ ਹੈ। ਸੱਚੀ ਬਾਣੀ ਸਤਿਗੁਰੂ ਦੀ ਹੁੰਦੀ ਹੈ, ਸਤਿਗੁਰ ਨੂੰ ਸੁਣਦੀ ਹੈ, ਸਤਿਗੁਰੂ ਤੋਂ ਆਉਂਦੀ ਹੈ। ਸਤਿਗੁਰੂ ਹੈ ਪਰਮੇਸ਼ਰ, ਅਕਾਲ ਪੁਰਖ, ਵਾਹਿਗੁਰੂ, ਉਹ ਸਤਿਗੁਰੂ ਹੈ। ਸਤਿਗੁਰੂ ਤੋਂ ਸਤਿਗੁਰ ਨੂੰ ਜਿਹੜੀ ਸੁਣਦੀ ਗੱਲ ਹੈ, ਜਿਹੜੀ ਸਾਡੇ ਹਿਰਦੇ 'ਚ ਆ ਕੇ ਗੱਲ ਸਾਡੇ ਬ੍ਰਹਮ ਨੂੰ ਸੁਣਦੀ ਹੈ, ਉਹ ਹੈ ਸਤਿਗੁਰ। ਬਾਣੀ ਸਤਿਗੁਰੂ ਦੀ ਹੁੰਦੀ ਹੈ, ਹੋਰ ਕਿਸੇ ਦੀ ਬਾਣੀ ਨਹੀਂ ਹੋ ਸਕਦੀ। ਬਾਹਰ ਜੋ ਬੋਲਦੇ ਹਾਂ ਇਹ ਵੀ ਬਾਣੀ ਹੀ ਹੈ, ਪਰ ਇਹ ਮਾਇਆ ਨੂੰ ਦੇਖ ਕੇ ਪੈਦਾ ਹੁੰਦੀ ਹੈ, ਉਹ ਸਤਿਗੁਰੂ ਨੂੰ ਦੇਖ ਕੇ ਪੈਦਾ ਹੁੰਦੀ ਹੈ। ਸੋ ਆਪਣੇ ਕੋਲੋਂ ਬਣਾ ਕੇ ਸ਼ਬਦ ਸਾਹਿਬ ਦੇ ਨਾਮ ਥੱਲੇ ਵਰਤਣੇ ਦਰਗਾਹ ਦੇ ਅੰਦਰ ਹੀ ਮੇਰੇ ਮਨਾ ਅਪਰਾਧ ਹੈ। ਗੁਰਬਾਣੀ 'ਚ ਬਚਨ ਹੈ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੈ ਝੜ ਪੜੀ ਹੈ। ਜਿਹੜੇ ਸਤਿਗੁਰ ਦੀ ਰੀਸ ਭਾਵ ਕੇ ਜਿਹੜਾ ਅਸਲੀ ਸੱਚ ਹੈ, ਉਹਦੀ ਰੀਸ ਕੋਈ ਪੈਰਲਲ ਹੋਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੰਦਾ, ਉਹਨੂੰ ਦਰਗਾਹ ਦੇ ਵਿੱਚ ਕੂੜਿਆਰ ਮੰਨਦੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜਿਹੜੀ ਪਾਲ ਬਣਦੀ ਹੈ ਨਾ ਕੂੜ ਦੀ, ਉਹ ਕਿਵੇਂ ਟੁੱਟੂਗੀ? ਉਹ ਸਚਿਆਰੇ ਨਾਲ ਟੁੱਟੂਗੀ। ਸਚਿਆਰਾ ਕੌਣ ਹੈ? ਜਿਹਦੇ ਕੋਲ ਤੁਰਕੀ ਬਾਣੀ, ਸੱਚੀ ਬਾਣੀ। ਨਹੀਂ ਤਾਂ ਫਿਰ ਇਹ ਕੀ ਹੈ? ਜੇ ਕੋ ਆਖੈ ਬੋਲ ਵਿਗਾੜ। ਫਿਰ ਜੋ ਕੁਝ ਵੀ ਆਖਦੇ ਆ, ਜਿਹੜਾ ਬੋਲਦੇ ਆ, ਉਹਦੇ ਨਾਲ ਵਿਗਾੜ ਪੈਦਾ ਹੁੰਦਾ। ਹੁਣ ਅਸੀਂ ਜਿਹੜਾ ਸੰਸਾਰ 'ਚ ਕਿਸੇ ਨਾਲ ਬੋਲੀ ਚਾਲੀ ਕਰਦੇ ਹਾਂ, ਉਹਦੇ 'ਚ ਸਾਡਾ ਇੰਨਾ ਵਿਗਾੜ ਹੀ ਨਹੀਂ ਪੈਂਦਾ, ਪਰ ਦਰਗਾਹ ਦੀ ਬੋਲੀ ਨਾਲ ਵਿਗਾੜ ਪੈਂਦਾ। ਸੱਚਖੰਡ ਵਾਲੇ ਨੇ ਕਹਿਣਾ ਵੀ ਅਸੀਂ ਤਾਂ ਇਹ ਤੁਹਾਨੂੰ ਸ਼ਬਦ ਨਹੀਂ ਦਿੱਤਾ ਸੀ, ਇਹ ਤੁਸੀਂ ਸ਼ਬਦ ਕਿੱਥੋਂ ਲਿਆਂਦਾ? ਇਹ ਵਸਤੂ ਤਾਂ ਤੁਹਾਨੂੰ ਅਸੀਂ ਦਿੱਤੀ ਹੋਈ ਨਹੀਂ ਹੈਗੀ, ਇਹ ਤਾਂ ਝੂਠੀ ਵਸਤੂ ਹੈ, ਤੁਸੀਂ ਖਰੀ ਵਸਤੂ ਨਾਲ ਰਲਾਈ ਫਿਰਦੇ ਹੋ। ਇਹ ਪ੍ਰਵਾਨਿਤ ਨਹੀਂ ਹੈ। ਇਸ ਕਰਕੇ ਹੇ ਮੇਰੇ ਮਨਾ, ਸਾਰਾ ਕੁਝ ਗੁਰਬਾਣੀ 'ਚ ਪਾਤਸ਼ਾਹ ਨੇ ਲੱਗਿਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਕਹਿੰਦੇ ਬਹਿ ਜਾ, ਤੈਨੂੰ ਅਸੀਂ ਸਾਰਾ ਲੇਖਾ ਸਮਝਾਉਂਦੇ ਹਾਂ ਕਿ ਤੂੰ ਕੀ ਲੇਖਾ ਲਿਖੀ ਜਾਂਦਾ, ਲਿਖਣਾ ਕੀ ਹੈ।
ਕੱਲੀ ਕੱਲੀ ਗੱਲ ਸਾਨੂੰ ਹੇ ਮੇਰੇ ਮਨਾ ਗੁਰਬਾਣੀ 'ਚ ਸਮਝਾਈ ਗਈ ਹੈ, ਪਰ ਮਨਾ ਤੂੰ ਤਾਂ ਮੰਨਦਾ ਹੀ ਨਹੀਂ। ਜੇ ਤੈਨੂੰ ਗੁਰਬਾਣੀ ਤੇ ਨਹੀਂ ਭਰੋਸਾ, ਫਿਰ ਤੈਨੂੰ ਕਿਸੇ ਤੇ ਵੀ ਨਹੀਂ ਹੋ ਸਕਦਾ। ਤੂੰ ਕਮ ਸੇ ਕਮ ਗੁਰਬਾਣੀ ਤੇ ਤਾਂ ਕਰਨਾ, ਕਿਸੇ ਵਿਅਕਤੀ ਤੇ ਕਿਉਂ ਕਰਨਾ? ਕਿਸੇ ਵਿਅਕਤੀ ਦੀ ਗੱਲ ਕਿਉਂ ਮੰਨਣੀ ਹੈ? ਗੱਲ ਮੰਨੋ ਗੁਰਬਾਣੀ ਦੀ, ਕਿ ਗੁਰਬਾਣੀ ਕੀ ਕਹਿੰਦੀ ਹੈ। ਚਾਹੇ ਸੁਣਨ ਨੂੰ ਕਿਸੇ ਵਿਅਕਤੀ ਤੋਂ ਮਿਲਦੀ ਹੈ, ਚਾਹੇ ਖੁਦ ਆਪ ਪੜ੍ਹਦੇ ਆ, ਤੇ ਕਮ ਸੇ ਕਮ ਇਹ ਤਾਂ ਵਿਚਾਰੋ ਵੀ ਗੁਰਬਾਣੀ 'ਚ ਲਿਖਿਆ ਕੀ ਹੋਇਆ। ਹੁਣ ਇੱਥੇ ਸਿੱਧਾ ਲਿਖਿਆ, ਸਤ ਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲ ਦੇ। ਹੁਣ ਸਤਿਗੁਰ ਕੌਣ ਆ? ਸਾਡਾ ਆਪਣਾ ਮੂਲ। ਸਾਨੂੰ ਕੀ ਪਤਾ ਨਹੀਂ ਸੱਚ ਕੀ ਹੈ? ਸਭ ਨੂੰ ਪਤਾ, ਅਸੀਂ ਮੰਨਦੇ ਨਹੀਂ। ਉਹਦੀ ਰੀਸ ਬਣਾ ਕੇ ਕੁਝ ਹੋਰ ਸ਼ਬਦ ਬਣਾ ਲੈਂਦੇ ਵੀ ਚਲੋ ਜੀ ਹੁਣ ਸਮਾਂ ਤਾਂ ਪਾਸ ਕਰਨਾ, ਜੇ ਨਿਰਾ ਪੂਰਾ ਹੀ ਸੱਚ ਬੋਲਣ ਲੱਗ ਗਏ ਵੇ ਤਾਂ ਲੋਕ ਵਿਰੋਧੀ ਹੋ ਜਾਣਗੇ ਜੀ, ਫਲਾਨਾ ਹੋ ਜੂ ਧਿੱਕਾ ਹੋ ਜੂ। ਸੋ ਕੋਈ ਵੀ ਬਚਨ ਮਨਾ ਗੁਰਬਾਣੀ ਦੇ ਬਰਾਬਰ ਨਹੀਂ ਹੋ ਸਕਦਾ, ਭਾਵੇਂ ਉਹ ਸੰਸਾਰੀ ਭਾਸ਼ਾ 'ਚ ਕਿੰਨਾ ਮਰਜ਼ੀ ਚੰਗਾ ਹੋ। ਧਰਮ ਵਿੱਚ ਬੋਲਣ ਤੋਂ ਸੰਕੋਚ ਕਰੀ ਮਨਾ, ਐਵੇਂ ਨਾ ਬੋਲੀ। ਜਿੰਨਾ ਚਿਰ ਕਿਸੇ ਗੱਲ ਦਾ ਪਤਾ ਹੀ ਨਹੀਂ, ਉਹਨੂੰ 100 ਵੇਰ ਵਿਚਾਰ, ਬਾਰ-ਬਾਰ ਜਪ, ਬਾਰ-ਬਾਰ ਸਮਝ। ਜਦੋਂ ਪੂਰੀ ਸਮਝ ਆ ਗਈ, ਸਤਿਗੁਰ ਨੇ ਅੰਦਰੋਂ ਆਗਿਆ ਦਿੱਤੀ ਵੀ ਹਾਂ ਇਹ ਸ਼ਬਦ ਬੋਲ ਸਕਦਾ, ਉਹ ਹੀ ਬੋਲਣਾ। ਸੰਸਾਰ ਦੇ ਲੋਕ ਉਸ ਸ਼ਬਦ ਨੂੰ ਭਾਵੇਂ ਜਿੰਨਾ ਮਰਜ਼ੀ ਬੋਲਦੇ ਹੋਣ, ਕਰੋੜਾਂ ਬੰਦਾ ਉਸ ਸ਼ਬਦ ਦੀ ਆਗਿਆ ਦਿੰਦਾ ਹੋਵੇ, ਪਰ ਅੰਦਰੋਂ ਸਤਿਗੁਰ ਨੇ ਆਗਿਆ ਦਿੱਤੀ ਵੀ ਇਹ ਸ਼ਬਦ ਨਹੀਂ ਵਰਤਣਾ, ਤਾਂ ਨਹੀਂ ਵਰਤਣਾ। ਇਸੇ ਕਰਕੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਸੀ। ਸਾਰਾ ਸੰਸਾਰ ਬ੍ਰਾਹਮਣ ਨੂੰ ਗੁਰੂ ਮੰਨਦਾ, ਪਰ ਕੱਲਾ ਕਬੀਰ ਨਹੀਂ ਮੰਨਦਾ। ਕਬੀਰ ਕਹਿੰਦਾ ਕਿ ਬ੍ਰਾਹਮਣ ਗੁਰੂ ਹੈ ਜਗਤ ਕਾ, ਜਗਤ ਦਾ ਹੂ ਕਹਿੰਦੇ, ਭਗਤਨ ਕਾ ਗੁਰ ਨਾਹੀਂ। ਕਹਿੰਦੇ ਸਾਡੇ ਵਾਲੇ ਤੇ ਗਿਆਨ ਦੇ ਬਰਾਬਰ ਵੀ ਨਹੀਂ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਗੁਰਬਾਣੀ ਕੀ ਗੁਰੂ ਵੀ ਅੰਨਾ ਹੁੰਦਾ? ਹੁਣ ਅੰਨਾ ਗੁਰਬਾਣੀ ਕਿਹਨੂੰ ਕਹਿੰਦੀ ਹੈ? ਹਿੰਦੂ ਅੰਨਾ। ਹਿੰਦੂ ਕੌਣ? ਅਗਿਆਨੀ, ਭਰਮੀ। ਤੇ ਤੁਹਾਡਾ ਜਿਹੜਾ ਗੁਰੂ ਹੈ ਕਹਿੰਦੇ ਉਹ ਵੀ ਅੰਨਾ ਹੀ ਹੈ, ਜਿਹੜਾ ਸੰਸਾਰ 'ਚ ਆਪਣੇ ਆਪ ਨੂੰ ਗੁਰੂ ਮੰਨੀ ਜਾ ਰਿਹਾ, ਤੇ ਜਾਂ ਜਿਹੜੇ ਉਹਨੂੰ ਗੁਰੂ ਮੰਨਦੇ ਆ ਉਹ ਵੀ ਅੰਨੇ। ਜਦ ਕਿ ਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਵਿਅਕਤੀ ਗੁਰੂ ਨਹੀਂ ਹੋ ਸਕਦਾ, ਵਿਅਕਤੀ ਗੁਰ ਹੁੰਦਾ ਹੈ। ਵਿਅਕਤੀ ਕਿਸੇ ਤੋਂ ਗਿਆਨ ਲੈ ਕੇ ਦਿੰਦਾ, ਉਹਦੇ ਕੋਲ ਆਪਣਾ ਗਿਆਨ ਨਹੀਂ ਹੁੰਦਾ। ਜਿਹੜੀ ਵਸਤੂ ਕਿਸੇ ਤੋਂ ਲੈ ਕੇ ਦੇਣੀ ਹੈ, ਉਹਦਾ ਮਾਲਕ ਫਿਰ ਕਿਵੇਂ ਹੋ ਗਿਆ? ਜੇ ਅਸੀਂ ਗੁਰਬਾਣੀ ਦੀ ਗੱਲ ਵੀ ਕਿਸੇ ਨੂੰ ਦਿੰਦੇ ਹਾਂ, ਇਹ ਗੁਰਬਾਣੀ ਦੀ ਗੱਲ ਵੀ ਕਿਹੜਾ ਸਾਡੀ ਹੈ, ਤਾਂ ਕਿਤੋਂ ਆਈ ਹੋਈ ਹੈ। ਤੇ ਜਿੱਥੋਂ ਆਈ ਆ, ਮੇਨ ਤਾਂ ਸੋਰਸ ਉਹ ਹੈ ਨਾ। ਦੱਦਾ ਦਾਤਾ ਏਕ ਹੈ, ਦਾਤਾ ਇੱਕੋ ਹੀ ਹੈ। ਜਿਹੜਾ ਦਾਤਾ ਉਹੀ ਤਾਂ ਗੁਰੂ ਹੈ। ਪਰ ਅਸੀਂ ਫੇਰ ਵੀ ਨਹੀਂ ਮੰਨਦੇ, ਕਿਉਂਕਿ ਅਸੀਂ ਸ਼ਰਧਾ ਦੇ ਵਸ ਪਏ ਹੋਏ। ਅਸੀਂ ਹੁਕਮ ਦੇ ਵਸ ਨਹੀਂ ਪਏ, ਅਸੀਂ ਸ਼ਰਧਾ ਦੇ ਵਸ ਪਏ ਹਾਂ। ਜੇ ਅਸੀਂ ਹੁਕਮ ਦੇ ਵਸ ਪੈ ਜਾਂਦੇ, ਫਿਰ ਸਾਨੂੰ ਪਤਾ ਲੱਗਦਾ ਵੀ ਗੱਲ ਕੀ ਹੈ। ਸੋ ਹੇ ਮੇਰੇ ਮਨਾ, ਧਰਮ ਵਿੱਚ ਬੋਲਣ ਤੋਂ ਸੰਕੋਚ ਕਰੀ, ਬਾਰ-ਬਾਰ ਵਿਚਾਰੀ, ਨਹੀਂ ਤਾਂ ਫਿਰ ਸੱਚੇ ਦੇ ਦਰਬਾਰ ਵਿੱਚ ਪਛਤਾਵੇਂਗਾ। ਤਬ ਜਾਣੋਗਾ ਜਬ ਉਗਰੋ ਗੋਪਾਲ। ਫਿਰ ਤੂੰ ਉੱਥੇ ਜਾਣੇਗਾ ਜਦ ਤੇਰਾ ਪਾਜ ਉਗੜਨਾ, ਕਿਉਂਕਿ ਵਿੱਚ ਨਾ ਕੋਈ ਕਰ ਸਕੇ ਤਿਸਤੈ ਰੋਵੇ ਰੋਜ਼। ਫੇਰ ਨਹੀਂ ਕਿਸੇ ਨੇ ਕੁਛ ਪੁੱਛਣਾ, ਕਿਉਂਕਿ ਉੱਥੇ ਸੱਚੋ ਹੀ ਸੱਚ ਨੇ ਬੜਾ ਚੁਣ ਵੱਖ ਕੱਢੇ, ਜੇ ਜਮਾਲਿਆਂ ਨੂੰ ਕਹਿਣਾ ਦਿਖਾ। ਫਿਰ ਭਾਵੇਂ ਤੂੰ ਉੱਥੇ ਲੱਖ ਕਹੀਂ ਜੀ ਮੈਨੂੰ ਤਾਂ ਫਲਾਣੇ ਨੇ ਐ ਕਿਹਾ ਸੀ, ਸਾਨੂੰ ਤਾਂ ਉਹਨਾਂ ਨੇ ਗੁਰਬਾਣੀ ਸਿਖਾਈ ਸੀ, ਸਾਨੂੰ ਤਾਂ ਜੀ ਉਹਨਾਂ ਨੇ ਉਪਦੇਸ਼ ਦਿੱਤਾ ਸੀ। ਕਹਿੰਦੇ ਸਾਨੂੰ ਉਹਨਾਂ ਦਾ ਮਤਲਬ ਨਹੀਂ ਹੈ। ਜਦੋਂ ਉਹਨਾਂ ਦੀ ਆਤਮਾ ਇੱਥੇ ਆਊਗੀ ਤਾਂ ਉਹਨਾਂ ਨੂੰ ਵੀ ਪੁੱਛਿਆ ਜਾਊਗਾ ਵੀ ਤੁਸੀਂ ਇਹਨਾਂ ਨੂੰ ਗਲਤ ਕਿਉਂ ਸਿਖਾਇਆ। ਉਹ ਬਾਅਦ 'ਚ ਬਾਰੀ ਹੈ, ਪਰ ਪਹਿਲਾਂ ਤੂੰ ਜਵਾਬ ਦੇ। ਹੁਣ ਜਵਾਬ ਤੂੰ, ਹੁਣ ਮੁਜਰਮ ਤਾਂ ਤੂੰ ਹੈ, ਤੂੰ ਮੁਜਰਮ ਬਣ ਕੇ ਪੇਸ਼ ਹੋਇਆ, ਇਹਦਾ ਜਵਾਬ ਤੂੰ ਦੇ। ਪੜ੍ਹਿਆ ਹੋਵੇ ਗੁਨਾਹਗਾਰ, ਤੂੰ ਪੜ੍ਹਿਆ ਨਹੀਂ, ਤੈਨੂੰ ਨਹੀਂ ਪਤਾ ਲੱਗਿਆ ਗੁਰਬਾਣੀ 'ਚ ਮੈਂ ਕੀ ਲਿਖ ਕੇ ਆਇਆ ਸੀ। ਨਹੀਂ ਜੀ ਗੁਰਬਾਣੀ ਦੀ ਤਾਂ ਇੰਨੀ ਸੋਝੀ ਨਹੀਂ ਸੀ, ਕਿਸੇ ਨੇ ਕਰਾਈ ਨਹੀਂ ਸੀ। ਕਹਿੰਦੇ ਹੋਰ ਕੰਮਾਂ ਦੀ ਸੋਝੀ ਸੀ, ਮਾਇਆ ਦੀ ਸੋਝੀ ਕਿਹਨੇ ਕਰਾਈ? ਕਿਉਂਕਿ ਮਾਇਆ ਦੀ ਸੋਝੀ ਲਈ ਤੇਰੇ ਕੋਲ ਇੰਟਰਸਟ ਸੀ, ਭਰੋਸਾ ਸੀ ਤੇਰਾ ਉਸ ਚੀਜ਼ ਤੇ। ਜੇ ਤੂੰ ਗੁਰਬਾਣੀ ਤੇ ਇੰਟਰਸਟ ਕਰੇ, ਭਰੋਸਾ ਕਰੇ, ਵਿਸ਼ਵਾਸ ਕਰੇ, ਹੋ ਹੀ ਨਹੀਂ ਸਕਦਾ ਕਿ ਤੈਨੂੰ ਗੁਰਬਾਣੀ ਦੀ ਸੋਝੀ ਨਾ ਆਵੇ।
ਪਰ ਹੇ ਮੇਰੇ ਮਨਾ, ਤੂੰ ਭਰੋਸਾ ਤਾਂ ਕਰ ਗੁਰਬਾਣੀ ਤੇ। ਤੂੰ ਗੁਰਬਾਣੀ ਤੇ ਭਰੋਸਾ ਨਹੀਂ ਕਰਦਾ, ਤੂੰ ਸ਼ਰਧਾ ਰੱਖਦਾ। ਸ਼ਰਧਾ ਵਿੱਚ ਕੀ ਹੁੰਦਾ? ਮਾਇਆ ਦੀ ਭੁੱਖ। ਭਰੋਸੇ ਦੇ ਵਿੱਚ ਕਿਸੇ ਚੀਜ਼ ਦੀ ਭੁੱਖ ਨਹੀਂ ਹੁੰਦੀ। ਜੋ ਦੇਵੈ ਸੋ ਖਾਈ। ਜਿੱਥੇ ਗੁਰਬਾਣੀ ਸ਼ਰਧਾ ਸ਼ਬਦ ਵੀ ਆਉਂਦਾ, ਉਹਦਾ ਅਰਥ ਵੀ ਭਰੋਸਾ ਹੀ ਹੈ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸੱਚ ਦੀ ਸੋਝੀ ਆਉਂਦੀ ਹੋਈ ਤਾਂ ਹੈ। ਦਿਆਲਤਾ ਤਾਂ ਆਉਂਦੀ ਹੈ ਜੇ ਸ਼ਰਧਾ ਪੂਰੀ ਹੋਵੇ। ਸ਼ਰਧਾ ਭਾਵ ਭਰੋਸਾ ਪੂਰਾ ਹੋਵੇ। ਸ਼ਰਾ ਇਸਲਾਮਿਕ ਸ਼ਬਦ ਹੈ, ਕਿਸੇ ਦੇ ਅਧੀਨ ਹੋਵੇ। ਧਾ ਜਾਵਣਾ, ਜਾਣ ਤੋਂ ਰੁਕ ਜਵੇ, ਕਿਸੇ ਦੇ ਅੱਗੇ ਜਮਾਂ ਹੀ ਮੁੱਕ ਜਵੇ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਵਿਕਾਨਾ, ਜਿਤ ਲਾਇਆ ਤਿਤ ਲਾਗਾ। ਇਹ ਅਵਸਥਾ ਹੋਣੀ ਚਾਹੀਦੀ ਹੈ। ਫੇਰ ਜਾ ਕੇ ਬ੍ਰਹਮ ਬਾਰੇ ਪਤਾ ਲੱਗਦਾ, ਫੇਰ ਸੱਚ ਦਾ ਪਤਾ ਲੱਗਦਾ। ਉਹਨਾਂ ਚਿਰ ਨਹੀਂ ਪਤਾ ਲੱਗਦਾ। ਸੋ ਪਾਤਸ਼ਾਹ ਕਹਿੰਦੇ ਤਬ ਜਾਣੋਗੇ ਜਬ ਉਗਰੂ ਗੋਪਾਲ। ਫਿਰ ਬਾਜ ਉਕੜ ਜਾਣਾ, ਕਿਉਂਕਿ ਉਹਨਾਂ ਨੇ ਸਾਰੇ ਸ਼ਬਦ ਤੇਰੇ ਮੂਹਰੇ ਰੱਖ ਦੇਣੇ। ਤੂੰ ਕਹਿਣਾ ਜੀ ਮੈਂ ਤਾਂ ਮਰਜ਼ਾਦਾ ਨੂੰ ਮੰਨਦਾ ਸੀ, ਉਹ ਕਹਿਣਾ ਦਿਖਾ ਮੈਂ ਕਿੱਥੇ ਗੁਰੂ ਗ੍ਰੰਥ ਸਾਹਿਬ 'ਚ ਮਰਜ਼ਾਦਾ ਲਿਖ ਕੇ ਆਇਆ। ਮਰਜ਼ਾਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਚਰਨਾ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਗੁਰਗੱਦੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਸੰਸਾਰ ਨੂੰ ਮਾਤਲੋਕ ਕਹਿਣਾ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਜਦ ਕਿ ਗੁਰਬਾਣੀ 'ਚ ਮਾਤਲੋਕ ਸ਼ਬਦ ਆਉਂਦਾ। ਮਾਤਲੋਕ ਸ਼ਬਦ ਗੁਰਬਾਣੀ 'ਚ ਜਿਹੜਾ ਅਰਥ ਹੈ ਉਹਦਾ ਹੋਰ ਹੈ। ਸਾਡੇ ਇਹ ਸੰਸਾਰ ਨੂੰ ਮਾਤਲੋਕ ਕਹੀ ਜਾਂਦੇ ਆ, ਜਦ ਕਿ ਸੰਸਾਰ ਨੂੰ ਗੁਰਬਾਣੀ ਨੇ ਮਿਰਤ ਮੰਡਲ ਆਖਿਆ। ਮਿਰਤ ਮੰਡਲ ਜਗ ਸਾਜਿਆ। ਮਾਤਲੋਕ ਸ਼ਬਦ ਹੁੰਦਾ ਨੇੜੇ ਦੀਸੈ, ਮਾਤਲੋਕ ਤੁਧ ਸੁੰਝੈ ਦੂਰ। ਕਹਿੰਦੇ ਉਹ ਤਾਂ ਬਹੁਤ ਨੇੜੇ ਸੀ। ਮਾਤ ਹੁੰਦੀ ਹੈ ਮੱਤ। ਲੋਕ ਹੁੰਦਾ ਜਿੱਥੇ ਇੱਕੋ ਹੀ ਮੱਤ ਦੇ ਬੈਠੇ ਹੋਣ। ਮੱਤ ਮਾਤਾ, ਸੰਤੋਖ ਪਿਤਾ। ਜਿੱਥੇ ਸਾਡੀ ਬੁੱਧੀ ਨੇ ਜਾ ਕੇ ਸਦਾ ਲਈ ਨਿਵਾਸ ਕਰਨਾ, ਉਹ ਮੱਤ ਹੈ, ਉਹ ਹੈ ਮਾਤ ਲੋਕ। ਇੱਕੋ ਹੀ ਦੇਸ਼ ਦੇ ਵਾਸੀ। ਸੋ ਹਮ ਸ਼ਹਿਰੀ ਸੋ ਮੀਤ ਹਮਾਰਾ, ਸ੍ਰੀ ਰਵਿਦਾਸ ਜੀ ਵੀ ਕਹਿੰਦੇ। ਪਰ ਸਾਡੇ ਚੱਲਦਾ, ਸਾਡੇ ਸੰਸਾਰ ਨੂੰ ਹੀ ਮਾਤ ਲੋਕ ਕਹੀ ਜਾਂਦੇ ਆ। ਗੁਰਬਾਣੀ 'ਚ ਕਿਸੇ ਸ਼ਬਦ ਨਾਲ ਸਾਹਿਬ ਨਹੀਂ ਲੱਗਿਆ, ਪਰ ਸਾਡੇ ਥਾਂ ਥਾਂ ਤੇ ਸਾਹਿਬ ਲਾਤਾ। ਜਦ ਕਿ ਸਾਹਿਬ ਸ਼ਬਦ ਚੇਤਨ ਹੈ। ਬਾਹਰ ਜਿਹੜੀ ਮਾਇਆ ਉਹ ਜੜ ਹੈ। ਅਸੀਂ ਜੜ ਦੇ ਨਾਲ ਚੇਤਨ ਨੂੰ ਨਹੀਂ ਜੋੜ ਸਕਦੇ। ਭਾਵੇਂ ਸਾਡੀ ਆਤਮਾ ਚੇਤਨ ਹੈ, ਸਰੀਰ ਜੜ ਹੈ, ਪਰ ਫਿਰ ਵੀ ਸਾਡੀ ਆਤਮਾ ਇਹਦੇ ਨਾਲ ਜੁੜੀ ਨਹੀਂ ਹੈ। ਭਰਮ 'ਚ ਜ਼ਰੂਰ ਹੈ ਆਤਮਾ, ਪਰ ਜੁੜੀ ਨਹੀਂ ਹੈ। ਭਰਮ 'ਚ ਹੋਣਾ ਹੋਰ ਚੀਜ਼ ਹੈ, ਜੁੜ ਜਾਣਾ ਹੋਰ ਚੀਜ਼ ਹੈ। ਤਾਂ ਹੀ ਗੁਰਬਾਣੀ ਲਿਖਿਆ ਭਰਮੇ ਭੁੱਲਾ ਦੇ ਦਿਸਤਾਵੈ। ਉਹ ਭਰਮ 'ਚ ਪੈ ਕੇ ਭੁੱਲ ਗਿਆ, ਪਰ ਜੁੜਿਆ ਨਹੀਂ ਕਿਸੇ ਚੀਜ਼ ਨਾਲ। ਇਸੇ ਕਰਕੇ ਜਿਹੜਾ ਸਾਹਿਬ ਸ਼ਬਦ ਆ ਉਹ ਸਾਡਾ ਮੂਲ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਤਾਂ ਨਿਤ ਨਵੀਂ ਸੋਝੀ ਉਹਦੇ ਕੋਲ ਆਉਂਦੀ ਹੈ। ਪਰ ਸਾਡੇ ਥਾਂ ਥਾਂ ਤੇ ਸਾਹਿਬ ਸ਼ਬਦ ਪ੍ਰਚਲਿਤ ਕਰਦਾ। ਕੌਣ ਪੁੱਛਦਾ? ਕੋਈ ਵੀ ਨਹੀਂ। ਜੇ ਪੁੱਛੂ ਤਾਂ ਫਿਰ ਗੁਲਾਮੇ 'ਚ ਹੱਥ ਪਾਉਂਦੇ ਆ ਕਿ ਜੀ ਤੁਸੀਂ ਸਵਾਲ ਕਰਦੇ ਹੋ, ਤੁਸੀਂ ਤਰਕਾਂ ਕਰਦੇ ਹੋ। ਇਹ ਤਰਕ ਨਹੀਂ ਹੈ, ਇਹ ਵਿਚਾਰਾਂ ਨੇ। ਵਿਚਾਰ ਕਰਨਾ ਸਾਡਾ ਇੱਕ ਫਰਜ਼ ਹੈ, ਕਿਉਂਕਿ ਸਾਨੂੰ ਸੋਝੀ ਆਵੇ। ਸ਼ਾਇਦ ਅਸੀਂ ਗਲਤ ਹੋਈਏ, ਇਹ ਨਹੀਂ ਕਿ ਅਸੀਂ ਉਹ ਸਹੀ ਹਾਂ, ਅਸੀਂ ਵੀ ਗਲਤ ਹੋ ਸਕਦੇ ਹਾਂ। ਤੁਸੀਂ ਸਾਨੂੰ ਸਮਝਾਓ। ਅਸੀਂ ਕਹਿੰਦੇ ਹਾਂ ਵੀ ਸਾਹਿਬ ਸ਼ਬਦ ਚੇਤਨ ਹੈ, ਜੜ ਨਾਲ ਨਹੀਂ ਜੁੜ ਸਕਦਾ। ਜੇ ਤੁਸੀਂ ਜੋੜਿਆ, ਤੁਸੀਂ ਸਾਨੂੰ ਸਮਝਾਓ, ਅਸੀਂ ਮੰਨਾਂਗੇ ਉਸ ਗੱਲ ਨੂੰ। ਜਦ ਕਿ ਸਾਹਿਬ ਚੇਤਨ ਹੈ। ਮਹਾਤਮਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਉਂਦਾ, ਪ੍ਰਚਲਿਤ ਹੋ ਗਿਆ। ਨਿਤਨੇਮ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਉਂਦਾ, ਪ੍ਰਚਲਿਤ ਹੈ। ਗੁਟਕਾ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਨਹੀਂ ਆਉਂਦਾ, ਪ੍ਰਚਲਿਤ ਹੈ। ਚਰਨਾਂ 'ਚ ਨਿਵਾਸ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਉਂਦਾ। ਲੰਗਰ ਦਾ ਅਰਥ ਰੋਟੀਆਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਜਦ ਕਿ ਗੁਰਬਾਣੀ ਵਿੱਚ ਬਚਨ ਆਉਂਦਾ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੈ ਘਟੀ।
ਲੰਗਰ ਦਾ ਅਰਥ ਹੈ ਹੁਕਮ, ਨਾਮ, ਆਤਮਿਕ ਸੁਗਿਆਨ। ਲੰਗਰ ਦੌਲਤ ਵੰਡੀ ਹੈ, ਲੰਗਰ ਵਿੱਚ ਦੌਲਤ ਵੰਡੀ ਜਾਂਦੀ ਹੈ। ਦੌਲਤ ਕੀ ਹੈ? ਨਾਮ ਧਨ। ਰਸ ਅੰਮ੍ਰਿਤ ਖੀਰ ਘਿਆਲੀ, ਉਹ ਰਸ ਹੈ, ਉਹ ਅੰਮ੍ਰਿਤ ਹੈ, ਮ੍ਰਿਤਿੂ ਤੋਂ ਰਹਿਤ ਕਰਨ ਵਾਲਾ। ਖੀਰ ਘਿਆਲੀ, ਖੀਰ ਹੁੰਦਾ ਦੁੱਧ। ਦੁੱਧ ਕੀ ਹੈ? ਸਾਡੇ ਕੋਲ ਗੁਰਬਾਣੀ। ਦੁੱਧ ਦੇ ਵਿੱਚੋਂ ਵਸਤੂ ਹੈ, ਘਿਓ ਦਿੱਤਾ ਜਾਂਦਾ। ਘਿਓ ਕੀ ਹੈ? ਗੁਰਬਾਣੀ ਦੇ ਵਿੱਚੋਂ ਸੱਚ ਲੱਭਣਾ। ਸੰਤੋ ਮਾਖਣ ਖਾਇਆ ਛਿਆਸ਼ ਪੀਐ ਸੰਸਾਰ, ਦੂਧ ਕਰਮ ਫੁਨ ਸੁਰਤ ਸਮਾਇਣ ਹੋ ਨਿਰਾਸ ਜਮਾਵੋ। ਸਾਡੀ ਸੋਚ ਦੁੱਧ ਹੈ, ਅਸੀਂ ਦੁੱਧ ਦੇ ਵਿੱਚੋਂ ਵਸਤੂ ਪ੍ਰਾਪਤ ਕਰਨੀ ਹੈ। ਲੰਗਰ ਦੌਲਤ, ਨਾਮ ਗਿਆਨ, ਨਾਮ ਧਨ। ਵੰਡੀ ਹੈ, ਵਰਤਦਾ, ਵੰਡੀ ਐ, ਸਾਨੂੰ ਦਿੱਤੀ ਹੈ, ਕਿਸੇ ਨੇ ਦਿੱਤੀ ਹੈ ਸਾਨੂੰ। ਗੁਰਬਾਣੀ ਸਾਨੂੰ ਕਿਸੇ ਨੇ ਦਿੱਤੀ ਹੈ, ਵੰਡੀ ਹੈ ਸਾਡੇ ਵਾਸਤੇ, ਅਸੀਂ ਉਹ ਪ੍ਰਾਪਤ ਕਰਨੀ ਹੈ ਵਸਤੂ। ਜਦੋਂ ਸਾਡੇ ਕੋਲ ਬਾਣੀ ਆ ਗਈ, ਗੁਰਬਾਣੀ ਤੋਂ ਸੋਝੀ ਆ ਗਈ, ਅਸੀਂ ਫਿਰ ਕਿਸੇ ਨੂੰ ਦੇਵਾਂਗੇ। ਰਸ ਅੰਮ੍ਰਿਤ, ਜੀਵ ਆਤਮਾ ਨੂੰ ਸਦ ਜੀਵਨ ਦੇਣ ਵਾਲਾ ਨਾਮ ਧਨ। ਸੋਝੀ ਖੀਰ ਘਿਆਲੀ ਤੁਰਕੀ ਬਾਣੀ। ਤੱਤ ਹੁੰਦਾ ਹਨੇਰਾ ਹੀ। ਦੁੱਧ ਚੋਂ ਦਹੀਂ ਬਣਿਆ, ਦਹੀਂ ਤੋਂ ਮੱਖਣ ਬਣਿਆ, ਮੱਖਣ ਤੋਂ ਬਾਅਦ ਘਿਓ ਬਣਦਾ। ਘਿਓ ਦੀ ਕਿੰਨੀ ਲਾਈਫ ਹੈ, ਕਿੰਨਾ ਦੁੱਧ ਹੁੰਦਾ, ਕਿੰਨਾ ਮੱਖਣ ਨਿਕਲਦਾ, ਕਿੰਨੀ ਜਾ ਕੇ ਘਿਓ ਬਣਦਾ। ਤੁਰਕੀ ਬਾਣੀ ਹੈ ਜਿਹੜੀ, ਉਹ ਘਿਓ ਹੈ, ਘਿਆਲੀ ਹੈ। ਨਾਮ ਤੱਤ ਹੈ, ਹੁਕਮ 'ਚ ਸਮਾ ਜਾਣਾ। ਇਤਿਆਦ ਬਥੇਰੇ ਸ਼ਬਦ ਨੇ, ਹੇ ਮੇਰੇ ਮਨਾ ਤੂੰ ਵਿਚਾਰ ਕੇ ਚੱਲੀ। ਤਾਂ ਪਾਤਸ਼ਾਹ ਨੇ ਬਚਨ ਲਿਖਿਆ ਸੀ, ਜੇ ਕੋ ਆਖੈ ਬੋਲ ਵਿਗਾੜ, ਕਿ ਤੂੰ ਐਸਾ ਕੁਛ ਨਾ ਬੋਲੀ। ਜੇ ਤੈਨੂੰ ਆਖਣ ਦਾ ਮੌਕਾ ਦਿੱਤਾ ਵੀ ਨਾ ਪਰਮੇਸ਼ਰ ਨੇ, ਤਾਂ ਤੂੰ ਕੋਈ ਐਸਾ ਸ਼ਬਦ ਨਾ ਬੋਲਦੀ ਜਿਹਦੇ ਨਾਲ ਤੇਰਾ ਦਰਗਾਹ 'ਚ ਵਿਗਾੜ ਪੈ ਜਾਵੇ। ਉਹੀ ਬੋਲੀ ਬੋਲੀ ਜੋ ਗੁਰਬਾਣੀ ਬੁਲਾਉਂਦੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉਹੋ ਜਿਹੀ ਦਈ ਅਗਲੇ ਨੂੰ। ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ, ਕਹਿੰਦੇ ਤਾਂ ਫਿਰ ਲਿਖਿਆ ਜਾਣਾ ਤੇਰੇ, ਜੇ ਤੂੰ ਬੋਲ ਵਿਗਾੜ ਕਰਤਾ। ਜੇ ਤੂੰ ਗੁਰਬਾਣੀ ਦੀ ਵੀ ਗੱਲ ਕਰੀ ਗਿਆ, ਵਿੱਚ ਆਪਣੇ ਬਣਾ ਕੇ ਵੀ ਤੋਰੀ ਗਿਆ, ਦੋਨੇ ਗੱਲਾਂ ਸੱਚ ਝੂਠ ਰਲਾ ਕੇ ਪੇਸ਼ ਕਰੀ ਗਿਆ, ਫਿਰ ਤੈਨੂੰ ਉਹਨਾਂ ਨੇ ਮੂਰਖਾਂ ਦਾ ਵੀ ਸਰਦਾਰ ਕਹਿਣਾ। ਜਿਹਨੂੰ ਕਿ ਗੁਰਬਾਣੀ 'ਚ ਆਖਿਆ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ ਦਾ ਫਤਵਾ ਹੈ ਮੇਰੇ ਮਨਾ ਤੇਰੇ ਤੇ ਲੱਗੂਗਾ। ਇਹ ਤੂੰ ਆਪਣੇ ਆਪ ਨੂੰ ਵਿਚਾਰ ਕੇ ਚੱਲੀ ਵੀ ਤੂੰ ਬੋਲਣਾ ਕੀ ਹੈ। ਇਸੇ ਕਰਕੇ ਪਾਤਸ਼ਾਹ ਨੇ ਲਿਖਿਆ ਸੀ, ਬੋਲੀ ਹੈ ਸੱਚ ਧਰਮ, ਉਹ ਅੰਦਰ ਹਿਰਦੇ 'ਚ ਧਾਰ ਕੇ ਰੱਖੀ। ਸੱਚ ਨੂੰ ਹਰ ਵੇਲੇ ਹਿਰਦੇ 'ਚ ਧਾਰ ਕੇ ਰੱਖੀ, ਤੇ ਉਹੀ ਸੱਚ ਗਾਹਾਂ ਬੋਲੀ। ਝੂਠ ਨਾ ਬੋਲੀ ਹੈ, ਝੂਠੀ ਗੱਲ ਹਿਰਦੇ 'ਚ ਧਾਰੀ ਨਾ ਤੇ ਬੋਲੀ ਨਾ। ਜੋ ਗੁਰ ਦੱਸੇ ਬਾਟ, ਜੋ ਗੁਰਬਾਣੀ 'ਚ ਰਸਤਾ ਦੱਸਿਆ ਗਿਆ, ਮੁਰੀਦਾਂ ਜੋਲੀ ਹੈ। ਆਪਣੇ ਆਪ ਨੂੰ ਉਹਦੇ ਅੱਗੇ ਸਮਰਪਣ ਹੋ ਕੇ, ਭਰੋਸਾ ਕਰਕੇ, ਵਿਸ਼ਵਾਸ ਕਰਕੇ ਗੁਰਬਾਣੀ ਦੇ ਉੱਪਰ ਉਹੀ ਕੁਛ ਬੋਲੀ। ਗੁਰਬਾਣੀ 'ਚ ਬਚਨ ਹੈ, ਪਰਖੈ ਗੁਰ ਕੀ ਬਾਤ ਕਰੀ। ਪੂਰੀ ਪਰਖ ਲਈ ਗੁਰਬਾਣੀ ਨੂੰ ਵੀ, ਤੈਨੂੰ ਗੁਰਬਾਣੀ ਆਪ ਹੀ ਦਿਖਾਊਗੀ। ਸੋ ਹੇ ਮੇਰੇ ਮਨਾ, ਕਦੇ ਵੀ ਐਸਾ ਬੋਲ ਨਾ ਬੋਲੀ ਜਿਹੜਾ ਗੁਰਬਾਣੀ ਤੋਂ ਉਲਟ ਹੋਵੇ। ਜੇ ਗੁਰਬਾਣੀ ਤੋਂ ਉਲਟ ਤੂੰ ਬੋਲ ਵੀ ਦਿੱਤਾ ਸੰਸਾਰ ਨੂੰ ਖੁਸ਼ ਕਰਨ ਵਾਸਤੇ, ਤਾਂ ਸੰਸਾਰ ਤਾਂ ਨਾ ਭਾਵੇਂ ਖੁਸ਼ ਹੋਵੇ ਭਾਵੇਂ ਨਾ ਹੋਵੇ, ਪਰ ਸੱਚੇ ਦੀ ਦਰਗਾਹ 'ਚ ਪ੍ਰਸੰਨਤਾ ਨਹੀਂ ਹੋਊਗੀ। ਮਤ ਸ਼ਰਮਿੰਦਾ ਥੀਵਦੀ ਸਾਈਂ ਦੇ ਦਰਬਾਰ। ਹੇ ਮੇਰੇ ਮਨਾ, ਕੋਈ ਐਸਾ ਕੁਛ ਨਾ ਕਰੀ ਤੈਨੂੰ ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਗੀ ਚੱਲਣੀ ਪਵੇ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।